हाँ जी प्यारे साथियों, सत श्री अकाल सारिਆਂ ਨੂੰ। ਤੇ ਆਪਾਂ ਪਹੁੰਚ ਚੁੱਕੇ ਹਾਂ ਸੀਰੀਜ਼ 4 ਤੇ ਆਪਾਂ 2023 ਵਾਲਾ ਪੇਪਰ ਡਿਸਕਸ ਕਰਦੇ ਪਏ ਆ, ਜਿਹਦੇ ਵਿੱਚ ਆਪਾਂ ਹੁਣ ਪਹੁੰਚ ਚੁੱਕੇ ਹਾਂ ਲੈਂਗੁਏਜ 2 ਤੇ ਕੱਲ ਆਪਾਂ ਲੈਂਗੁਏਜ 1 ਕੀਤੀ ਸੀ। ਲੈਂਗੁਏਜ 2 ਦੀ ਪੰਜਾਬੀ ਆਪਾਂ ਅੱਜ ਕਰਨੀ ਆ। ਵੇਖੋ ਪਹਿਲਾ ਕੁਐਸਚਨ ਹੈਗਾ ਵਾ, ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਖਿਆਰਥੀਆਂ ਵਾਸਤੇ ਅਧਿਐਨ ਅਧਿਆਪਨ ਦੀ ਭਾਸ਼ਾ ਵਿੱਚ ਜਮਾਤ ਦਾ ਇੱਕ ਸਰੋਤ ਨਹੀਂ ਹੈ। ਪਹਿਲਾਂ ਕੁਐਸਚਨ ਨੂੰ ਸਮਝਿਓ। ਕਹਿੰਦੇ ਹੇਠ ਲਿਖਿਆਂ ਵਿੱਚੋਂ ਸਿੱਖਿਆਰਥੀਆਂ ਵਾਸਤੇ ਮਤਲਬ ਬੱਚਿਆਂ ਵਾਸਤੇ ਅਧਿਐਨ ਅਧਿਆਪਨ ਦੀ ਭਾਸ਼ਾ ਵਿੱਚ ਜਮਾਤ ਦਾ ਇੱਕ ਸਰੋਤ ਨਹੀਂ ਆ। ਜਮਾਤ ਦੀ ਲਾਇਬ੍ਰੇਰੀ ਵੀ ਆ, ਰੀਡਿੰਗ ਕਾਰਨਰ ਵੀ ਆ, ਵਰਡ ਵਾਲ ਵੀ ਆ, ਠੀਕ ਆ। ਤੇ ਜਮਾਤ ਦੀਆਂ ਪ੍ਰਕਿਰਿਆਵਾਂ ਜਿਹੜੀਆਂ ਜਮਾਤ ਦੀਆਂ ਪ੍ਰਕਿਰਿਆਵਾਂ ਵਾ ਉਹ ਇਹਦੇ ਵਿੱਚ ਨਹੀਂ ਆਉਂਦੀਆਂ। ਇਹ ਆਨਸਰ ਇਹਨਾਂ ਨੇ ਦਿੱਤਾ ਸੀਗਾ ਆਨਸਰ ਕੀ ਦੇ ਵਿੱਚ, ਜਿਹੜੀ ਇਹਨਾਂ ਨੇ ਆਫੀਸ਼ੀਅਲ ਆਨਸਰ ਕੀ ਦਿੱਤੀ ਉਹਦੇ ਵਿੱਚ ਇਹਨਾਂ ਨੇ ਇਹ ਆਨਸਰ ਜਿਹੜਾ ਵਾ ਸਾਨੂੰ ਦਿੱਤਾ ਸੀ, ਠੀਕ ਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ, ਵਿਅਕਤੀਗਤ ਸਿਖਲਾਈ ਦੀ ਇੱਕ ਯੋਜਨਾ ਇੱਕ ਭਾਸ਼ਾ ਅਧਿਆਪਕ ਵੱਲੋਂ ਹੀ ਬਣਾਈ ਜਾਣੀ ਚਾਹੀਦੀ ਹੈ। ਕਾਰਨ ਕੀ ਕਹਿੰਦੇ ਆ, ਨਵੀਆਂ ਭਾਸ਼ਾਵਾਂ ਦੀ ਸਿਖਲਾਈ ਵਿੱਚ ਸਿੱਖਿਆਰਥੀਆਂ ਵਿੱਚ ਵਿਭਿੰਨਤਾ ਹੈ, ਠੀਕ ਆ। ਬਿਲਕੁਲ ਇਹ ਜਿਹੜਾ ਵਾ ਕਥਨ ਆ, ਇਹਦੇ ਵਿੱਚ ਇਹ ਕੀ ਕਹਿਣ ਦੀ ਕੋਸ਼ਿਸ਼ ਕਰਦੇ ਆ, ਹੈਗੇ ਤਾਂ ਦੋਨੇ ਸਹੀ ਆ, ਕਿਉਂਕਿ ਜਿਹੜੀਆਂ ਜਮਾਤ ਦੀਆਂ ਯੋਜਨਾਵਾਂ ਵਾ ਉਹ ਇੱਕ ਅਧਿਆਪਕ ਹੀ ਤਿਆਰ ਕਰਦਾ। ਪਰ ਕਹਿੰਦੇ ਨਵੀਆਂ ਭਾਸ਼ਾਵਾਂ ਦੀ ਸਿਖਲਾਈ ਵਿੱਚ ਸਿੱਖਿਆਰਥੀਆਂ ਵਿੱਚ ਵਿਭਿੰਨਤਾ, ਮਤਲਬ ਆਪੋ ਆਪਣੀ ਥਾਂ ਤੇ ਦੋਵੇਂ ਵਾਕ ਸਹੀ ਆ, ਪਰ ਇਹ ਵਿਆਖਿਆ ਨਹੀਂ ਇੱਕ ਦੂਜੇ ਦੀ ਕਰਦੇ। ਇਸ ਕਰਕੇ ਸਾਡਾ ਆਨਸਰ ਆਊਗਾ ਏ ਤੇ ਆਰ ਦੋਵੇਂ ਸਹੀ ਹਨ, ਪਰ ਆਰ ਏ ਦੀ ਸਹੀ ਵਿਆਖਿਆ ਜਿਹੜੀ ਆ ਉਹ ਨਹੀਂ ਕਰਦਾ, ਠੀਕ ਆ। ਉਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਹੈਗਾ ਵਾ, ਕਿਹੜੇ ਢੰਗ ਨਾਲ ਸਿੱਖਿਆਰਥੀਆਂ ਦੀ ਪਹਿਲੀ ਭਾਸ਼ਾ ਅਧਿਆਪਨ ਵਿੱਚ ਇੱਕ ਕੇਂਦਰੀ ਭੂਮਿਕਾ ਨਿਭਾਉਂਦੀ ਹੈ, ਠੀਕ ਹੈ। ਵੇਖੋ ਸੰਚਾਰਾਤਮਕ ਭਾਸ਼ਾ ਅਧਿਆਪਨ ਦੀ ਵਿਧੀ, ਵਿਆਕਰਨ ਦੇ ਅਨੁਵਾਦ ਦੀ ਵਿਧੀ, ਇਹ ਆਪਸ਼ਨ ਇਹਨਾਂ ਨੇ ਸਾਨੂੰ ਦਿੱਤੀ ਸੀ। ਇੱਕ ਵਾਰੀ ਨਾ ਕੁਐਸਚਨ ਸਮਝੋ, ਕਿਹੜੇ ਢੰਗ ਨਾਲ ਸਿੱਖਿਆਰਥੀਆਂ ਦੀ ਪਹਿਲੀ ਭਾਸ਼ਾ ਅਧਿਆਪਨ ਵਿੱਚ ਇੱਕ ਕੇਂਦਰੀ ਭੂਮਿਕਾ ਨਿਭਾਉਂਦੀ ਹੈ, ਮਤਲਬ ਕਿ ਜਿਹੜੀ ਸਾਡੀ ਮਦਰ ਟੰਗ ਆ, ਜਿਹੜੀ ਸਾਡੀ ਮਦਰ ਟੰਗ ਦੀ ਟੀਚਿੰਗ ਆ, ਸਾਡੀ ਪਹਿਲੀ ਭਾਸ਼ਾ ਦੀ ਜਿਹੜੀ ਆਪਣੀ ਟੀਚਿੰਗ ਆ, ਉਹ ਕਹਿੰਦੇ ਕੇਂਦਰੀ ਭੂਮਿਕਾ ਨਿਭਾਉਂਦੀ ਆ, ਬਿਲਕੁਲ ਨਿਭਾਉਂਦੀ ਕੇਂਦਰੀ ਭੂਮਿਕਾ। ਵਿਆਕਰਨ ਦੇ ਅਨੁਵਾਦ ਦੀ ਵਿਧੀ, ਠੀਕ ਆ। ਮਤਲਬ ਇਹਦੇ ਨਾਲ ਕੀ ਹੁੰਦਾ ਵਾ ਕਿ ਅਸੀਂ ਕਿਸੇ ਦੂਜੀ ਭਾਸ਼ਾ ਦਾ ਵਿਆਕਰਨ ਵੀ ਬੜੀ ਸੌਖੇ ਤਰੀਕੇ ਦੇ ਨਾਲ ਸਿੱਖ ਸਕਦੇ ਆ ਆਪਣੀ ਮਦਰ ਟੰਗ ਦੀ ਹੈਲਪ ਦੇ ਨਾਲ, ਠੀਕ ਆ। ਵੇਖੋ ਚੇਤਨ ਦੀ ਪਹਿਲੀ ਭਾਸ਼ਾ ਭੋਜਪੁਰੀ ਸੀ, ਮਤਲਬ ਇੱਕ ਬੱਚੇ ਦਾ ਨਾਮ ਆ। ਜਦੋਂ ਤੋਂ ਉਹ ਤਾਮਿਲਨਾਡੂ ਆਇਆ ਹੈ ਉਸਨੇ ਕਦੇ ਭੋਜਪੁਰੀ ਨਹੀਂ ਬੋਲੀ। ਮੂਲ ਵਾਸੀਆਂ ਨਾਲ ਉਹ ਅੰਗਰੇਜ਼ੀ ਬੋਲਦਾ ਹੈ। ਜਦੋਂ ਦੂਜੀ ਨਵੀਂ ਭਾਸ਼ਾ ਮੂਲ ਭਾਸ਼ਾ ਦਾ ਬਦਲ ਬਣਦੀ ਹੈ ਤਾਂ ਇਹ ਡੈਸ਼ ਦਾ ਉਦਾਹਰਨ ਹੈ -2 ਭਾਸ਼ਾਵਾਦ। ਇਹਨਾਂ ਨੇ ਜਿਹੜੀ ਰਾਈਟ ਆਪਸ਼ਨ ਦਿੱਤੀ ਸੀ ਇਹਦੀ -2 ਭਾਸ਼ਾਵਾਦ, ਇਹਨਾਂ ਨੇ ਰਾਈਟ ਆਪਸ਼ਨ ਜਿਹੜੀ ਇਹਦੀ ਦਿੱਤੀ ਸੀ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਿਓ। ਹੇਠ ਲਿਖਿਆਂ ਵਿੱਚੋਂ ਕਿਹੜਾ ਅਗਾਂਹ ਪੜਤ ਦੀ ਗਤੀਵਿਧੀ ਦੀ ਹਮਾਇਤ ਕਰਦਾ ਹੈ। ਸਿੱਖਿਆਰਥੀ ਨੂੰ ਪਾਠ ਨੂੰ ਸੰਖੇਪ ਕਰਨ ਲਈ ਕਹਿਣਾ, ਮਤਲਬ ਅਗਾਂਹ ਵਧੂ ਗਤੀਵਿਧੀ ਜਿਹੜੀ ਆ ਬੱਚੇ ਦੀ, ਮਤਲਬ ਜਿਹਦੇ ਨਾਲ ਹੋ ਸਕੇ, ਹਨਾ। ਤੇ ਭਵਿੱਖਬਾਣੀ ਦੇ ਕਾਰਜ ਦੀ ਵਰਤੋਂ, ਹਾਂ ਮਤਲਬ ਅਗਾਂਹ ਵਧੂ ਦੀ ਗੱਲ ਹੋ ਰਹੀ ਆ ਤੇ ਬਿਲਕੁਲ ਭਵਿੱਖਬਾਣੀ ਦੇ ਕਾਰਜ ਦੀ ਵਰਤੋਂ ਅਸੀਂ ਇਹਦੇ ਵਿੱਚ ਜ਼ਰੂਰ ਜਿਹੜੀ ਆ ਉਹ ਕਰ ਸਕਦੇ ਆ, ਠੀਕ ਆ। ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਆ ਜਾਓ। ਹੇਠ ਲਿਖਿਆਂ ਵਿੱਚੋਂ ਕਿਹੜਾ ਉਪਾਅ ਵਾਲੇ ਅਧਿਆਪਨ ਬਾਰੇ ਸਹੀ ਨਹੀਂ ਹੈ। ਕਹਿੰਦੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਮਦਦ ਦੇਣੀ, ਮਤਲਬ ਕਿ ਕਹਿੰਦੇ ਆ ਅੱਛਾ ਸਹੀ ਹੈ, ਪੋਜ਼ਿਟਿਵ ਪੁੱਛਿਆ ਉਹਨਾਂ ਨੇ, ਹੇਠ ਲਿਖਿਆਂ ਵਿੱਚੋਂ ਕਿਹੜਾ ਉਪਾਅ ਵਾਲੇ ਅਧਿਆਪਨ ਬਾਰੇ ਸਹੀ ਹੈ। ਹਾਂ ਬਿਲਕੁਲ, ਮਤਲਬ ਕਿ ਜਦੋਂ ਬੱਚਾ ਕੋਈ ਪ੍ਰਦਰਸ਼ਨ ਕਰ ਰਿਹਾ ਵਾ, ਕੋਈ ਪ੍ਰੈਕਟੀਕਲੀ ਵਰਕ ਬੱਚਾ ਕਰ ਰਿਹਾ ਵਾ ਤੇ ਉਹ ਉਹਦੇ ਵਿੱਚ ਸੁਧਾਰ ਕਰ ਸਕੇ, ਉਹਦੇ ਲਈ ਆਪਾਂ ਬੱਚੇ ਨੂੰ ਮਦਦ ਕਰਨਾ, ਮਤਲਬ ਸਕੈਫੋਲਡਿੰਗ ਵੀ ਆਪਾਂ ਕਹਿ ਸਕਦੇ ਆ। ਇੱਥੇ ਉਹ ਚੀਜ਼ ਦੀ ਗੱਲ ਹੋ ਰਹੀ ਹੈ, ਠੀਕ ਆ। ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਆ ਜਾਓ। ਕਹਿੰਦੇ ਅੰਗਰੇਜ਼ੀ ਭਾਰਤ ਵਿੱਚ ਇੱਕ ਸਹਾਇਕ ਸਰਕਾਰੀ ਭਾਸ਼ਾ ਹੈ, ਠੀਕ ਆ। ਕਹਿੰਦੇ ਕਾਰਨ ਕੀ ਕਹਿੰਦੇ ਆ, ਕਹਿੰਦੇ ਅੰਗਰੇਜ਼ੀ ਭਾਰਤੀ ਸਕੂਲਾਂ ਵਿੱਚ ਇੱਕ ਵਿਦੇਸ਼ੀ ਭਾਸ਼ਾ ਵਜੋਂ ਪੜ੍ਹਾਈ ਜਾਂਦੀ ਹੈ। ਤੇ ਇਹਦਾ ਆਨਸਰ ਆਉਣਾ ਵਾ ਏ ਸਹੀ, ਪਰ ਆਰ ਗਲਤ ਆ, ਕਿਉਂਕਿ ਅੰਗਰੇਜ਼ੀ ਸਾਡੇ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾ ਵਜੋਂ ਨਹੀਂ ਪੜ੍ਹਾਈ ਜਾਂਦੀ, ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਵਾ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਭਾਸ਼ਾ ਦਾ ਲੱਛਣ ਨਹੀਂ ਹੈ। ਭਾਸ਼ਾ ਸੰਕੇਤਕ ਵੀ ਹੁੰਦੀ ਆ,
ਭਾਸ਼ਾ ਸਮਾਜਿਕ ਵੀ ਹੁੰਦੀ ਆ, ਭਾਸ਼ਾ ਕ੍ਰਮਬੰਧ ਵੀ ਹੁੰਦੀ ਆ। ਜਦੋਂ ਅਸੀਂ ਭਾਸ਼ਾ ਦਾ ਵਿਆਕਰਨ ਸਿੱਖਣਾ ਹੋਵੇ, ਅਸੀਂ ਕਿਸੇ ਕ੍ਰਮ ਦੇ ਵਿੱਚ ਹੀ ਸਿੱਖਦੇ ਹਾਂ, ਹਨਾ। ਤੇ ਭਾਸ਼ਾ ਜਿਹੜੀ ਉਹ ਕਦੀ ਵੀ ਨਿਸ਼ਚਲ ਨਹੀਂ ਹੁੰਦੀ, ਠੀਕ ਹੈ। ਇਹ ਜਿਹੜੀ ਇਹਦੀ ਰਾਈਟ ਆਪਸ਼ਨ ਆ। ਉਸ ਤੋਂ ਬਾਅਦ ਕਥਨ ਦਿੱਤਾ ਵਾ, ਵਿਦਿਆਰਥੀਆਂ ਨੂੰ ਪੂਰਵ ਗਿਆਨ ਯਾਦ ਕਰਾਉਣ ਨੂੰ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ। ਕਾਰਨ ਕੀ ਕਹਿੰਦੇ ਆ, ਵਿਦਿਆਰਥੀਆਂ ਨੂੰ ਪੂਰਵ ਗਿਆਨ ਯਾਦ ਦਿਵਾਉਣ ਨਾਲ ਪੂਰਵ ਗਿਆਨ ਨਵੇਂ ਗਿਆਨ ਦੇ ਸੰਪਰਕ ਵਿੱਚ ਆਉਂਦਾ ਹੈ। ਤੇ ਦੋਵੇਂ ਆਪਸ਼ਨਾਂ ਬਿਲਕੁਲ ਸਹੀ ਲੱਗ ਰਹੀਆਂ, ਇੱਕ ਦੂਜੇ ਨੂੰ ਜਿਹੜਾ ਵਾ ਕਰ ਰਹੀਆਂ ਇਹ ਪੂਰੀ ਤਰ੍ਹਾਂ ਇੱਕ ਦੂਜੇ ਦੀ ਵਿਆਖਿਆ। ਏ ਤੇ ਆਰ ਦੋਵੇਂ ਸਹੀ ਹੈ ਤੇ ਆਰ ਏ ਦੀ ਜਿਹੜੀ ਆ ਉਹ ਸਹੀ ਵਿਆਖਿਆ ਜਿਹੜੀ ਆ ਉਹ ਕਰਦਾ ਵਾ। ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਆ ਜਾਓ। 8ਵੀਂ ਜਮਾਤ ਦਾ ਇੱਕ ਅਧਿਆਪਕ ਆਪਣੇ ਸਿੱਖਿਆਰਥੀਆਂ ਨੂੰ ਇੱਕ ਅਸਾਈਨਮੈਂਟ ਵਜੋਂ ਘਰ ਵਿੱਚ ਊਰਜਾ ਦੀ ਬਚਤ ਕਰਨ ਬਾਰੇ ਇੱਕ ਇਸ਼ਤਿਹਾਰ ਤਿਆਰ ਕਰਨ ਲਈ ਕਹਿੰਦਾ ਹੈ। ਇਹ ਕਾਰਜ ਭਾਸ਼ਾ ਦੇ ਕਿਹੜੇ ਰੂਪ ਦਾ ਹਵਾਲਾ ਦਿੰਦਾ ਹੈ? ਹਾਂ ਪੱਖੀ ਆਗਿਆਵਾਚਕ। ਮਤਲਬ ਕਿ ਟੀਚਰ ਕੀ ਆ, ਉਹਨਾਂ ਨੂੰ ਇਸ਼ਤਿਹਾਰ ਤਿਆਰ ਕਰਨ ਲਈ ਕਹਿ ਰਿਹਾ ਵਾ, ਮਤਲਬ ਕਿ ਆਗਿਆਵਾਚਕ ਆਗਿਆ ਦੇ ਰਿਹਾ ਉਹਨਾਂ ਨੂੰ, ਠੀਕ ਆ। ਹਾਂ ਪੱਖੀ ਪੋਜ਼ਿਟਿਵ। ਉਸ ਤੋਂ ਬਾਅਦ ਇੱਕ ਪਾਠ ਦੀ ਯੋਜਨਾ ਬਣਾਉਣ ਸਮੇਂ ਸਿੱਖਿਆਰਥੀਆਂ ਨੂੰ ਗਾਹਕਾਂ ਨਾਲ ਪਰੰਪਰਕ ਵਪਾਰਕ ਗੱਲਬਾਤ ਕਰਨ ਦੇ ਯੋਗ ਬਣਾਉਣ ਲਈ ਇੱਕ ਉਦੇਸ਼ ਹੁੰਦਾ ਹੈ। ਇਹ ਉਦੇਸ਼ ਪਾਠ ਦੀਆਂ ਹੇਠ ਲਿਖੀਆਂ ਕਿਸਮਾਂ ਵਿੱਚੋਂ ਕਿਸੇ ਇੱਕ ਨਾਲ ਮੇਲ ਖਾਂਦਾ ਹੈ। ਪਹਿਲਾ ਕੁਐਸਚਨ ਸਮਝੋ ਕੀ ਕਹਿੰਦੇ, ਇੱਕ ਪਾਠ ਦੀ ਯੋਜਨਾ ਬਣਾਉਣ ਸਮੇਂ, ਮਤਲਬ ਪਾਠ ਦੀ ਯੋਜਨਾ ਬਣਾਉਣ ਸਮੇਂ ਜਿਹੜੇ ਸਿੱਖਿਆਰਥੀ ਉਹਨਾਂ ਨੂੰ ਗਾਹਕਾਂ ਨਾਲ ਪਰੰਪਰਕ, ਮਤਲਬ ਕਿ ਉਹਨਾਂ ਨੂੰ ਕੀ ਕੀਤਾ ਜਾਂਦਾ ਵਾ, ਸਿੱਖਿਆਰਥੀਆਂ ਨੂੰ ਕੋਈ ਪਾਠ ਹੀ ਏਦਾਂ ਦਾ ਤਿਆਰ ਕਰਨਾ ਵਾ ਜਿਹਦੇ ਵਿੱਚ ਉਹਨਾਂ ਨੂੰ ਗਾਹਕਾਂ ਨਾਲ ਤੇ ਵਪਾਰੀਆਂ ਨਾਲ ਜਿਹੜਾ ਵਾ ਗੱਲਬਾਤ ਕਰਨ ਦੇ ਯੋਗ ਜਿਹੜਾ ਵਾ ਬਣਾਉਣਾ ਹੁੰਦਾ ਵਾ, ਠੀਕ ਹੈ। ਇਹ ਉਦੇਸ਼ ਪਾਠ ਦੀਆਂ ਹੇਠ ਲਿਖੀਆਂ ਵਿੱਚੋਂ ਕਿਸ ਕਿਸਮ ਦੇ ਨਾਲ ਮੇਲ ਖਾਂਦਾ ਹੈ? ਪੱਤਰ, ਠੀਕ ਹੈ। ਠੀਕ ਹੈ, ਨਾ ਹੀ ਰਿਪੋਰਟ ਆਊਗਾ, ਨਾ ਹੀ ਵਰਣਨ ਤੇ ਨਾ ਹੀ ਆਰਟੀਕਲ। ਪੱਤਰ ਜਿਹੜਾ ਇਹਦੇ ਵਿੱਚ ਜਿਹੜਾ ਵਾ ਆ ਸਕਦਾ, ਕਿਉਂਕਿ ਹੁਣ ਜਦੋਂ ਅਸੀਂ 9ਵੀਂ 10ਵੀਂ ਚ ਜਦੋਂ ਅਸੀਂ ਪੱਤਰ ਲਿਖਦੇ ਹੁੰਦੇ ਸੀ ਹਨਾ, ਤੇ ਉਹ ਤੁਹਾਨੂੰ ਪਤਾ ਹੋਊਗਾ ਹਨਾ, ਜਿਹਦੇ ਵਿੱਚ ਕਿਤਾਬਾਂ ਮੰਗਵਾਉਣ ਸੰਬੰਧੀ ਹਨਾ, ਗਲੀਆਂ ਨਾਲੀਆਂ ਸਾਫ਼ ਕਰਾਉਣ ਸੰਬੰਧੀ ਏਦਾਂ ਦੀਆਂ ਜਿਹੜੀਆਂ ਐਪਲੀਕੇਸ਼ਨ ਅਸੀਂ ਕਰਵਾਉਂਦੇ ਹੁੰਦੇ ਸੀ, ਖੁਦ ਵੀ ਅਸੀਂ ਕਰਦੇ ਰਹੇ ਹਾਂ ਤੇ ਜਿਹੜੇ ਬੱਚੇ ਜਿਹੜੇ ਪ੍ਰਾਈਵੇਟ ਟੀਚ ਕਰਦੇ ਉਹਨਾਂ ਨੂੰ ਵੀ ਪਤਾ ਹੋਊਗਾ, ਠੀਕ ਆ। ਤੇ ਇਹ ਪੱਤਰ ਦੀ ਐਗਜ਼ਾਮਪਲ ਆ। ਓਕੇ, ਅਗਲਾ ਕੁਐਸਚਨ ਹੈਗਾ ਵਾ, ਇੱਕ ਅਧਿਆਪਕ ਵਿਦਿਆਰਥੀਆਂ ਨੂੰ ਇੱਕ ਤਸਵੀਰ ਵਿੱਚ ਸੰਗੀਤ ਦੇ 4 ਸਾਜ਼ਾਂ ਵੱਲ ਵੇਖਣ ਲਈ ਆਖਦਾ ਹੈ। ਫਿਰ ਉਹ ਦੱਸਦਾ ਹੈ ਕਿ ਇਹਨਾਂ ਦੀ ਵੱਖ-ਵੱਖ ਸੰਗੀਤਕ ਸੰਦਰਭਾਂ ਵਿੱਚ ਕਿਵੇਂ ਵਰਤੋਂ ਹੁੰਦੀ ਹੈ। ਇਸ ਗਤੀਵਿਧੀ ਨਾਲ ਮੇਲ ਖਾਂਦੇ ਬੌਧਿਕ ਕੌਸ਼ਲ ਦੀ ਚੋਣ ਕਰੋ। ਮਤਲਬ ਵਿਸ਼ਲੇਸ਼ਣ ਕਰਨਾ ਚਾਹੁੰਦਾ ਵਾ ਅਧਿਆਪਕ, ਵਿਸ਼ਲੇਸ਼ਣ ਕਰਨਾ ਚਾਹੁੰਦਾ ਵਾ ਕਿ ਇਸ ਸੰਗੀਤ ਦੇ ਵਿੱਚ, ਇਸ ਮਿਊਜ਼ਿਕ ਦੇ ਵਿੱਚ 4 ਸਾਜ਼ ਜਿਹੜੇ ਆ ਵਰਤੇ ਜਾ ਰਹੇ ਆ ਤੇ ਕਿਹੜੇ ਸੰਗੀਤ ਦੀ ਵਰਤੋਂ ਕਿੱਦਾਂ ਹੁੰਦੀ ਹੈ, ਇਹ ਦੱਸੋ। ਵਿਸ਼ਲੇਸ਼ਣ ਕਰ ਰਿਹਾ ਵਾ ਉਹ, ਠੀਕ ਹੈ। ਇਹ ਚੀਜ਼ ਆਊਗੀ। ਉਸ ਤੋਂ ਬਾਅਦ ਅਗਲਾ ਕੁਐਸਚਨ ਆ, ਜਦੋਂ ਇੱਕ ਭਾਸ਼ਾ ਬੋਲਣ ਵਾਲੇ ਉਸ ਬੋਲ ਜਾਂ ਸੰਕੇਤਕ ਵਿਚਾਰ ਵਿੱਚ ਰਹਿ ਕੇ ਰਸਮੀ ਤੌਰ ਤੇ ਗੈਰ ਰਸਮੀ ਮੋੜ ਵੱਲ ਜਾਂਦੇ ਹਨ ਤਾਂ ਉਹ ਡੈਸ਼ ਵਿੱਚ ਗੁਰੁੱਜੇ ਹੁੰਦੇ ਹਨ। ਕੋਡ ਸਵਿਚਿੰਗ। ਦੇਖੋ ਵੀ ਤੁਸੀਂ ਲੈਵਲ ਦੇਖੋ ਕੁਐਸਚਨਾਂ ਦਾ ਕਿੱਦਾਂ ਦਾ ਵਾ। ਮੇਰਾ PYQ ਕਰਾਉਣ ਦਾ ਮਤਲਬ ਇਹੀ ਆ ਵੀ ਸਾਨੂੰ ਪੰਜਾਬੀ ਕੋਈ ਸੌਖੀ ਨਹੀਂ ਆਉਣੀ। ਕੋਡ ਸਵਿਚਿੰਗ, ਕੋਡ ਸਵਿਚਿੰਗ ਦਾ ਮਤਲਬ ਇਹ ਹੁੰਦਾ ਵਾ ਵੀ ਰਸਮੀ ਤੌਰ ਤੇ ਕੋਈ ਅਸੀਂ ਭਾਸ਼ਾ ਸਿੱਖਦੇ ਗੈਰ ਰਸਮੀ ਮੋਡ ਵੱਲ ਚਲ ਗਏ, ਠੀਕ ਆ। ਇਹਨੂੰ ਕੀ ਕਵਾਂਗੇ? ਕੋਡ ਸਵਿਚਿੰਗ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਵਾ, ਬੱਚਿਆਂ ਦੇ ਆਪਣੇ ਭਾਈਚਾਰੇ ਵਿੱਚ ਦੂਜਿਆਂ ਨਾਲ ਗੈਰ ਰਸਮੀ ਵਾਰਤਾਲਾਪ, ਦੋਸਤੀਆਂ ਅਤੇ ਸਬੰਧ ਉਹਨਾਂ ਵੱਲੋਂ ਭਾਸ਼ਾ ਦੇ ਕਿਹੜੇ ਰੂਪ ਦੀ ਵਰਤੋਂ ਉੱਤੇ ਆਧਾਰਿਤ ਹੁੰਦੇ ਹਨ? ਭਾਸ਼ਾ ਦਾ ਸਮਾਜੀਕਰਨ। ਮਤਲਬ ਕਿ ਉਹ ਵਾਰਤਾਲਾਪ ਕਰ ਰਹੇ ਆ ਦੋਸਤਾਂ ਨਾਲ, ਮਿੱਤਰਾਂ, ਸਕੇ ਸੰਬੰਧੀਆਂ ਨਾਲ, ਤੇ ਇਹਦਾ ਮਤਲਬ ਇਹ ਕਿ ਭਾਸ਼ਾ ਦਾ ਜਿਹੜਾ ਵਾ ਉਹ ਸਮਾਜੀਕਰਨ ਹੋ ਰਿਹਾ। ਸ਼ਬਦਾਵਲੀ ਦੀ ਵਰਤੋਂ ਦੇ ਸੰਦਰਭ ਵਿੱਚ ਵਿਆਕਰਨ ਸਿੱਖਿਆਰਥੀਆਂ ਨੂੰ ਡੈਸ਼ ਦਾ ਰਸਤਾ ਪ੍ਰਦਾਨ ਕਰਦੀ ਹੈ। ਕੋਸ਼ਗਤ ਮੱਦਾਂ ਨੂੰ ਅਰਥ ਭਰਪੂਰ ਅਤੇ ਸੰਚਾਰਾਤਮਕ ਅਭਿਵਿਅਕਤੀਆਂ ਵਿੱਚ ਇਕੱਤਰ ਕਰਨਾ। ਇਹਦੀ ਰਾਈਟ ਆਪਸ਼ਨ ਜਿਹੜੀ ਸੀ ਇਹਨਾਂ ਨੇ ਦਿੱਤੀ ਸੀ ਇਸ ਆਫੀਸ਼ੀਅਲ ਆਨਸਰ ਕੀ ਦੇ ਵਿੱਚ, ਠੀਕ ਆ। ਉਸ ਤੋਂ ਬਾਅਦ ਸਾਡਾ ਆ ਜਾਂਦਾ ਵਾ ਪੈਰਾ। ਪੈਰੇ ਦੇ ਆਨਸਰ ਮੈਂ ਤਾਂ ਨਹੀਂ ਲਾਏ ਕਿਉਂਕਿ ਮੈਂ ਤੁਹਾਨੂੰ ਨਾਲ ਦੀ ਨਾਲ ਇਹ ਵੀ ਜਿਹੜੀ ਆ ਇੱਕ ਮੋਟੀਵੇਸ਼ਨ ਜਿਹੜੀ ਆ ਨਾਲ ਦਿੰਦੀ ਜਾ ਰਹੀ ਆ ਵੀ ਪੇਪਰ ਦੇ ਵਿੱਚ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਤੇ ਉੱਥੇ ਅਸੀਂ ਪੈਰਾ ਜਿਹੜਾ ਵਾ ਕਿਵੇਂ ਹੱਲ ਕਰਨਾ। ਕਦੀ ਵੀ ਸਿੱਧਾ ਪੈਰਾ ਨਹੀਂ ਅਸੀਂ ਪੜ੍ਹਨਾ। ਅਸੀਂ ਸਭ ਤੋਂ ਪਹਿਲਾਂ ਕੁਐਸਚਨ ਪੜ੍ਹਨਾ ਵਾ। ਵੇਖੋ ਫੋਕਲਰ ਦਾ ਨਾਂ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ, ਠੀਕ ਹੈ। ਵੇਖੋ ਆਪਾਂ ਪੈਰਾ ਪੜ੍ਹਦੇ ਹਾਂ। ਅਗਸਤ 1846 ਈਸਵੀ ਵਿੱਚ ਵਿਲੀਅਮ ਜੌਨ ਥਾਮਸ ਦਾ ਨਾਂ ਦੇ ਇੱਕ ਅੰਗਰੇਜ਼ ਵਿਦਵਾਨ ਨੇ ਆਪਣੇ ਇੱਕ ਪੱਤਰ ਵਿੱਚ ਲੋਕਪ੍ਰਿਯ ਪਰੰਪਰਾਵਾਂ ਤੇ ਲੋਕਪ੍ਰਿਯ ਸਾਹਿਤ ਦੀ ਸੰਭਾਲ ਅਤੇ ਪ੍ਰਦਰਸ਼ਨ ਸੰਬੰਧੀ ਮਸ਼ਵਰਾ ਦਿੰਦੇ ਹੋਏ ਇਸ ਨੂੰ ਫੋਕਲਰ ਦਾ ਨਾਂ ਦਿੱਤਾ, ਠੀਕ ਹੈ। ਵੇਖੋ ਇੱਥੇ ਆਪਾਂ ਨੂੰ ਆਨਸਰ ਮਿਲ ਗਿਆ ਵਿਲੀਅਮ ਜੌਨ ਥਾਮਸ।
यानी कि ਇਹਦੀ ਰਾਈਟ ਆਪਸ਼ਨ ਸਾਡੀ ਆ ਜਾਣੀ ਆ ਆਪਸ਼ਨ ਨੰਬਰ ਤੀਜੀ ਵਿਲੀਅਮ ਜੌਨ ਥਾਮਸ ਨੇ ਜਿਹੜਾ ਵਾ ਫੋਕਲਰ ਦਾ ਨਾਮ ਜਿਹੜਾ ਦਿੱਤਾ ਸੀ। ਅਗਲਾ ਕੁਐਸਚਨ ਹੈਗਾ ਵਾ ਨੋਟਸ ਐਂਡ ਕਿਊਰੀਜ਼ ਪੱਤਰਿਕਾ ਦੀ ਸਥਾਪਨਾ ਕਿਸ ਨੇ ਕੀਤੀ। ਠੀਕ ਹੈ, ਹੁਣ ਆਪਾਂ ਅੱਗੋਂ ਜਿਹੜਾ ਵਾ ਕੁਐਸਚਨ ਜਿਹੜਾ ਵਾ ਪੜ੍ਹਦੇ ਆ। ਨੋਟਸ ਐਂਡ ਕਿਊਰੀਜ਼ ਪੱਤਰਿਕਾ ਦੀ ਸਥਾਪਨਾ ਕਿਸ ਨੇ ਕੀਤੀ। ਪਹਿਰਾ ਪੜ੍ਹਦੇ ਆ, ਇੱਥੋਂ ਤੱਕ ਆਪਾਂ ਪੜ੍ਹ ਲਿਆ ਸੀ ਹਨਾ। ਫੋਕਲਰ ਦਾ ਨਾਮ ਦਿੱਤਾ, ਇਸ ਕਾਰਨ ਵਿਲੀਅਮ ਜੌਨ ਥਾਮਸ ਫੋਕਲਰ ਨਾਂ ਦੇ ਅਨੁਸ਼ਾਸਨ ਦਾ ਸੰਸਥਾਪਕ ਸਮਝਿਆ ਜਾਣ ਲੱਗ ਪਿਆ। ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਜੌਨ ਥਾਮਸ ਤੋਂ ਪਹਿਲਾਂ ਪੱਛਮ ਜਾਂ ਪੂਰਬ ਵਿੱਚ ਫੋਕਲਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਫੋਕਲਰ ਦੇ ਖੇਤਰ ਨਾਲ ਸੰਬੰਧਿਤ ਵਰਤਾਰੇ ਤਾਂ ਮਾਨਵੀ ਚੇਤਨਾ ਦੇ ਮੁੱਢਲੇ ਪੜਾਅ ਤੋਂ ਹੀ ਆਰੰਭ ਹੋ ਗਏ ਸਨ। ਪੱਛਮ ਵਿੱਚ 16ਵੀਂ 17ਵੀਂ ਸਦੀ ਦੇ ਅੰਗਰੇਜ਼ੀ ਸਾਹਿਤ ਵਿਸ਼ੇਸ਼ਕਰ ਸ਼ੇਕਸਪੀਅਰ ਅਤੇ ਮਿਲਟਨ ਦੀਆਂ ਰਚਨਾਵਾਂ ਵਿੱਚ ਅਜਿਹੇ ਵਰਤਾਰਿਆਂ ਦੀ ਖੂਬਸੂਰਤ ਪੇਸ਼ਕਾਰੀ ਮਿਲਦੀ ਹੈ। 1849 ਈਸਵੀ ਵਿੱਚ ਵਿਲੀਅਮ ਜੌਨ ਥਾਮਸ ਇੱਕ ਪੱਤਰਿਕਾ ਜਾਰੀ ਕਰ ਦਿੱਤੀ ਸੀ। ਇਸ ਪੱਤਰਿਕਾ ਨੂੰ ਨੋਟਸ ਐਂਡ ਕਿਊਰੀਜ਼ ਦਾ ਨਾਮ ਦਿੱਤਾ ਗਿਆ। ਇਸ ਪੱਤਰਿਕਾ ਰਾਹੀਂ ਹੀ ਇਹ ਸੰਦੇਸ਼ ਪ੍ਰਸਾਰਿਤ ਕੀਤਾ ਗਿਆ ਕਿ ਇੱਕ ਅਜਿਹੀ ਸੰਸਥਾ ਕਾਇਮ ਕੀਤੀ ਜਾਵੇ ਜਿਸ ਦਾ ਮੰਤਵ ਲੋਕਪ੍ਰਿਯ ਪਰੰਪਰਾਵਾਂ ਸਾਹਿਤ ਦੀ ਸੰਭਾਲ ਕਰਨੀ ਹੋਵੇਗਾ। ਠੀਕ ਆ, ਵੇਖੋ ਇੱਥੇ ਸਾਨੂੰ ਕੀ ਕਹਿ ਰਿਹਾ ਨੋਟਸ ਐਂਡ ਕਿਊਰੀਜ਼ ਪੱਤਰਿਕਾ ਦੀ ਸਥਾਪਨਾ ਕਿਸ ਨੇ ਕੀਤੀ। ਤੇ ਇੱਥੇ ਆਪਾਂ ਕੀ ਪੜ੍ਹ ਕੇ ਗਏ ਆ ਦੇਖੋ ਕਿੱਥੇ ਗਿਆ, ਵਿਲੀਅਮ ਜੌਨ ਥਾਮਸ ਨੇ ਹੀ ਇਹਦੀ ਜਿਹੜੀ ਆ ਸਥਾਪਨਾ ਕੀਤੀ ਸੀ। ਦੂਜੀ ਆਪਸ਼ਨ ਬਿਲਕੁਲ ਸਹੀ ਆ। ਠੀਕ ਆ, ਕੋਈ ਵੱਖਰੇ ਤੌਰ ਤੇ ਪੈਰਾ ਪੜ੍ਹਨ ਦੀ ਲੋੜ ਨਹੀਂ, ਨਾਲ ਦੀ ਨਾਲ ਕੁਐਸਚਨ ਤੇ ਨਾਲ ਦੀ ਨਾਲ ਆਨਸਰ ਜਿਹੜੇ ਲੱਭਦੇ ਜਾਣਾ। ਫੋਕਲਰ ਪੱਤਰਿਕਾ ਕਦੋਂ ਸ਼ੁਰੂ ਕੀਤੀ ਗਈ। ਠੀਕ ਆ, ਇੱਥੇ ਆਪਾਂ ਪੜ੍ਹ ਕੇ ਗਏ ਸੀ ਹਨਾ। 1878 ਈਸਵੀ ਦੇ ਵਿੱਚ ਆ ਦੇਖੋ ਲੋਕਪ੍ਰਿਯ ਵਰਤਾਰਿਆਂ ਨੂੰ ਸੁਰੱਖਿਅਤ ਕਰਨ ਹਿੱਤ 1878 ਈਸਵੀ ਵਿੱਚ ਜੌਨ ਥਾਮਸ ਨਿਰਦੇਸ਼ਨ ਅਧੀਨ ਲੰਡਨ ਵਿੱਚ ਪਹਿਲੀ ਵਾਰ ਇੱਕ ਸੰਸਥਾ ਦੀ ਨੀਂਹ ਰੱਖੀ ਗਈ। ਇਸ 1879 ਈਸਵੀ ਵਿੱਚ ਇਸ ਸੰਸਥਾ ਵੱਲੋਂ ਫੋਕਲਰ ਨਾਂ ਦੀ ਪੱਤਰਿਕਾ ਜਾਰੀ ਕਰ ਦਿੱਤੀ ਗਈ। ਯਾਨੀ ਕਿ ਇੱਥੇ ਸਾਡੀ ਜਿਹੜੀ ਆ ਰਾਈਟ ਆਪਸ਼ਨ ਜਿਹੜੀ ਆਊਗੀ ਉਹ ਆਊਗੀ ਆਪਸ਼ਨ ਨੰਬਰ ਤੀਜੀ। ਠੀਕ ਆ, ਮਤਲਬ ਕਿ 1879 ਦੇ ਵਿੱਚ ਜਿਹੜੀ ਆ ਇਹ ਸ਼ੁਰੂ ਕੀਤੀ ਗਈ ਸੀ। ਠੀਕ ਆ, ਉਸ ਤੋਂ ਬਾਅਦ ਹੈਗਾ ਵਾ ਖੂਬਸੂਰਤ ਦਾ ਵਿਰੋਧੀ ਸ਼ਬਦ ਲੱਭਣਾ। ਖੂਬਸੂਰਤ ਦਾ ਸੋਹਣਾ ਜਿਹੜਾ ਵਾ ਉਹ ਸਮਾਨਾਰਥਕ ਆ, ਸੁਨੱਖਾ ਵੀ ਸਮਾਨਾਰਥਕ, ਸੁੰਦਰ ਵੀ। ਸੋ ਰਾਈਟ ਆਪਸ਼ਨ ਸਾਡੀ ਆਊਗੀ ਆਪਸ਼ਨ ਦੂਜੀ। ਗੰਦਾ ਜਿਹੜਾ ਵਾ ਖੂਬਸੂਰਤ ਦਾ ਵਿਰੋਧੀ ਸ਼ਬਦ ਆ। ਉਸ ਤੋਂ ਬਾਅਦ ਹੈਗਾ ਵਾ ਲੋਕਪ੍ਰਿਯ ਦਾ ਸਮਾਨਾਰਥਕ ਸ਼ਬਦ। ਠੀਕ ਆ, ਰੱਦ, ਖਾਰਜ, ਬਦਨਾਮ ਇਹ ਤਾਂ ਵਿਰੋਧੀ ਹੋ ਗਏ। ਇੱਕੋ ਸ਼ਬਦ ਬਚਦਾ ਵਾ ਹਰਮਨ ਪਿਆਰਾ। ਪਹਿਲਾ ਸ਼ਬਦ ਜਿਹੜਾ ਵਾ ਇਹ ਕੀ ਆ, ਲੋਕਪ੍ਰਿਯ ਦਾ ਸਮਾਨਾਰਥਕ ਸ਼ਬਦ ਆ। ਕਹਿੰਦੇ ਵਿਲੀਅਮ ਜੌਨ ਥਾਮਸ ਨੇ ਫੋਕਲਰ ਸੰਬੰਧੀ ਪੱਤਰ ਕਦੋਂ ਲਿਖਿਆ। ਜਦੋਂ ਲਿਖਿਆ ਸੀ, ਮਤਲਬ ਜਾਰੀ ਤਾਂ 1879 ਦੇ ਵਿੱਚ ਹੋਇਆ ਸੀ, ਪਰ ਲਿਖਿਆ ਇਹਨੇ ਕਦੋਂ ਸੀ, ਲਿਖਿਆ ਸੀਗਾ 1846 ਦੇ ਵਿੱਚ। ਠੀਕ ਹੈ, 1846 ਦੇ ਵਿੱਚ, 1846 ਦੇ ਵਿੱਚ ਲਿਖਿਆ ਸੀ। ਠੀਕ ਹੈ, ਇਹ ਆਪਸ਼ਨ ਜਿਹੜੀ ਆ ਇਹਨਾਂ ਨੇ ਦਿੱਤੀ ਸੀ ਆਫੀਸ਼ੀਅਲ ਆਨਸਰ ਕੀ ਦੇ ਵਿੱਚ, ਪਰ ਪਹਿਰੇ ਦੇ ਵਿੱਚ 1849 ਜਿਹੜਾ ਵਾ ਇਹਦਾ ਆਨਸਰ ਆ। ਮਤਲਬ ਕਿ ਇੱਥੇ ਇਹਨਾਂ ਨੇ ਕੋਈ ਘਪਲਾ ਜਿਹਾ ਮਾਰਿਆ ਸੀਗਾ, ਇੱਕ ਦੋ ਕੁਐਸਚਨਾਂ ਦਾ ਘਪਲਾ ਇਹ ਮਾਰਦੇ ਆ। ਠੀਕ ਆ, ਇਹ ਚੀਜ਼ ਨੂੰ ਤੁਸੀਂ ਯਾਦ ਰੱਖਿਓ। ਕਿਹੜੇ ਲੇਖਕ ਦੇ ਸਾਹਿਤ ਵਿੱਚ ਫੋਕਲਰ ਦੇ ਵਰਤਾਰੇ ਦੀ ਝਲਕ ਮਿਲਦੀ ਹੈ। ਠੀਕ ਹੈ, ਇੱਥੇ ਆਪਾਂ ਪੜ੍ਹ ਕੇ ਹੁਣੇ ਗਏ ਸੀ। ਠੀਕ ਆ, ਆ ਵੇਖੋ ਕਹਿੰਦੇ ਪੱਛਮ ਵਿੱਚ 16ਵੀਂ 17ਵੀਂ ਸਦੀ ਦੇ ਅੰਗਰੇਜ਼ੀ ਸਾਹਿਤ ਵਿਸ਼ੇਸ਼ਕਰ ਸ਼ੇਕਸਪੀਅਰ ਅਤੇ ਮਿਲਟਨ ਦੀਆਂ ਰਚਨਾਵਾਂ ਵਿੱਚ ਅਜਿਹੇ ਵਰਤਾਰਿਆਂ ਦੀ ਖੂਬਸੂਰਤ ਪੇਸ਼ਕਾਰੀ ਮਿਲਦੀ ਹੈ। ਹੁਣ ਵੇਖੋ ਵੀ ਇੱਥੇ ਸ਼ੇਕਸਪੀਅਰ ਤੇ ਹੈਗਾ ਨਹੀਂ, ਪਰ ਸ਼ੇਕਸਪੀਅਰ ਤੇ ਮਿਲਟਨ ਦੋਵੇਂ ਸੀ, ਪਰ ਮਿਲਟਨ ਤੇ ਪਿਆ ਨਾ ਇਹਦੇ ਵਿੱਚ। ਸੋ ਦੂਜੀ ਆਪਸ਼ਨ ਜਿਹੜੀ ਸਾਡੀ ਬਿਲਕੁਲ ਰਾਈਟ ਆ ਜੂਗੀ ਇਹਦੇ ਵਿੱਚੋਂ। ਉਸ ਤੋਂ ਬਾਅਦ ਆਪਾਂ ਅਗਲਾ ਪੈਰਾ ਵਾ, ਅਗਲੇ ਪੈਰੇ ਦੇ ਵਿੱਚ ਆਪਾਂ ਸਭ ਤੋਂ ਪਹਿਲਾ ਕੁਐਸਚਨ ਪੜਾਂਗੇ, ਕਿਉਂਕਿ ਮੇਰਾ ਜਿਹੜਾ ਵਾ ਇੱਕ ਮੈਥਡ ਹੀ ਇਹੀ ਆ ਵੀ ਪਹਿਲਾਂ ਪੈਰਾ ਨਾ ਪੜੋ, ਕੁਐਸਚਨ ਪੜੋ ਤੇ ਫਿਰ ਪੈਰਾ ਜਿਹੜਾ ਵਾ ਨਾਲ ਦੀ ਨਾਲ ਪੜ੍ਹਦੇ ਜਾਓ। ਪੋਂਗਲ ਭਾਰਤ ਦੇ ਕਿਹੜੇ ਸੂਬੇ ਦਾ ਤਿਉਹਾਰ ਹੈ। ਠੀਕ ਹੈ, ਆਪਾਂ ਇੱਥੇ ਪੜ੍ਹਦੇ ਹਾਂ ਪੈਰਾ। ਵੇਖੋ
ਕਹਿੰਦੇ ਮਾਘ ਦਾ ਮਹੀਨਾ ਜਾਂ ਮਾਘ ਦੀ ਸੰਗਰਾਂਦ ਕੇਵਲ ਪੰਜਾਬ ਪ੍ਰਦੇਸ਼ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਅੰਦਰ ਹੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਾਰਤ ਦੇ ਵੱਖ-ਵੱਖ ਇਲਾਕਿਆਂ ਅੰਦਰ ਇਸ ਸਮੇਂ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਪੰਜਾਬ ਦੇ ਮੁਕਤਸਰ ਵਿਖੇ ਮਾਘੀ ਦਾ ਮੇਲਾ ਲੱਗਦਾ ਹੈ। ਲੋਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਉੱਤਰ ਪ੍ਰਦੇਸ਼ ਦੇ ਲੋਕ ਇਸ ਸਮਾਗਮ ਨੂੰ ਰੰਗੋਲੀ ਦਾ ਨਾਂ ਦਿੰਦੇ ਹਨ। ਤਾਮਿਲਨਾਡੂ ਵਿੱਚ ਇਸ ਤਿਉਹਾਰ ਨੂੰ ਪੋਂਗਲ ਦਾ ਨਾਂ ਦਿੱਤਾ ਜਾਂਦਾ ਹੈ। ਯਾਨੀ ਕਿ ਸਾਡਾ ਰਾਈਟ ਆਪਸ਼ਨ ਇੱਥੇ ਕੀ ਹੋ ਜਾਣਾ ਵਾ ਕਿ ਪੋਂਗਲ ਜਿਹੜਾ ਵਾ ਤਾਮਿਲਨਾਡੂ ਦਾ ਤਿਉਹਾਰ ਆ। ਠੀਕ ਆ, ਅਗਲਾ ਕੁਐਸਚਨ ਆ ਪੋਹ ਤੋਂ ਮਗਰੋਂ ਕਿਹੜਾ ਮਹੀਨਾ ਆਉਂਦਾ ਹੈ। ਠੀਕ ਆ, ਇਹ ਤਾਂ ਬਹੁਤ ਈਜ਼ੀ ਆ, ਸਾਨੂੰ ਸਾਰਿਆਂ ਨੂੰ ਪਤਾ ਪੋਹ ਤੋਂ ਬਾਅਦ ਕਿਹੜਾ ਆਉਂਦਾ ਵਾ ਮਾਘ। ਪੋਹ ਮਾਘ ਫੱਗਣ ਤੇ ਹੁਣ ਕੀ ਆ ਗਿਆ ਫੱਗਣ। ਠੀਕ ਆ, ਕਿਹੜੇ ਮਹੀਨੇ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਠੀਕ ਆ, ਆਈ ਥਿੰਕ ਮਾਘ ਮਹੀਨੇ ਨੂੰ ਜਿਹੜਾ ਵਾ ਚੰਗਾ ਨਹੀਂ ਮੰਨਿਆ ਜਾਂਦਾ। ਠੀਕ ਆ ਵੇਖੋ ਆਪਾਂ ਇੱਥੇ ਪੜ੍ਹ ਲੈਂਦੇ ਆ ਸਾਰਾ ਪੈਰਾ ਹੀ। ਹਾਂ ਆ ਵੇਖੋ ਮਾਘ ਦੇ ਮਹੀਨੇ ਤੋਂ ਪਹਿਲਾਂ ਪੋਹ ਦਾ ਮਹੀਨਾ ਹੁੰਦਾ ਹੈ। ਪੋਹ ਦਾ ਮਹੀਨਾ ਲੋਕ ਚੇਤਨਾ ਅੰਦਰ ਨਹਿਸ਼ ਮੰਨਿਆ ਗਿਆ ਹੈ। ਦਿਨ ਛੋਟੇ ਹੁੰਦੇ ਹਨ, ਸਰਦੀ ਵਧੇਰੇ ਹੁੰਦੀ ਹੈ, ਕੰਮਕਾਜ ਦਾ ਅਮਲ ਰੁਕ ਜਾਂਦਾ ਹੈ, ਬਨਸਪਤੀ ਦੇ ਵਿਕਾਸ ਅਤੇ ਖੇੜੇ ਅੰਦਰ ਖੜੋਤ ਪੈਦਾ ਹੋ ਜਾਂਦੀ। ਹਰ ਪਾਸੇ ਦਲਿੱਦਰ ਸੁਸਤੀ ਤੇ ਗੰਦਗੀ ਤੇ ਅਵੇਸਲੇਪਣ ਦਾ ਬੋਲ ਬਾਣਾ ਹੁੰਦਾ ਹੈ। ਯਾਨੀ ਕਿ ਪੋਹ ਮਹੀਨੇ ਨੂੰ ਜਿਹੜਾ ਵਾ ਇਹਨਾਂ ਨੇ ਪੈਰੇ ਦੇ ਵਿੱਚ ਚੰਗਾ ਨਹੀਂ ਦੱਸਿਆ। ਚੌਥਾ ਆਪਸ਼ਨ ਜਿਹੜਾ ਵਾ ਸਾਡਾ ਬਿਲਕੁਲ ਸਹੀ ਹੈ ਇਹਦੇ ਵਿੱਚ। ਅਗਲਾ ਕੁਐਸਚਨ ਹੈਗਾ ਵਾ ਮਾਘੀ ਵਾਲੇ ਦਿਨ ਉੱਤਰ ਪ੍ਰਦੇਸ਼ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਵਾ। ਅਸੀਂ ਪੈਰੇ ਦੇ ਵਿੱਚ ਪੜ੍ਹ ਕੇ ਗਏ ਸੀ ਰੰਗੋਲੀ। ਠੀਕ ਆ, ਦੂਜੀ ਆਪਸ਼ਨ ਇਹਦੀ ਬਿਲਕੁਲ ਰਾਈਟ ਆਉਣੀ ਆ। ਲੋਹੜੀ ਦੇ ਕਿਹੜੀ ਚੀਜ਼ ਮਨੁੱਖੀ ਜੀਵਨ ਨੂੰ ਪਵਿੱਤਰ ਬਣਾ ਦਿੰਦੀ ਹੈ। ਠੀਕ ਆ, 147 ਨੰਬਰ ਕੁਐਸਚਨ। ਆਪਾਂ ਕਿਉਂਕਿ ਆਪਾਂ ਪੈਰੇ ਦੇ ਅਕੋਰਡਿੰਗ ਚੱਲਣਾ ਵਾ ਤੇ ਆਪਾਂ ਜ਼ਰੂਰ ਜਿਹੜਾ ਵਾ ਪੈਰਾ ਜਿਹੜਾ ਵਾ ਪੜਾਂਗੇ। ਠੀਕ ਆ, ਵੇਖੋ ਕੀ ਕਹਿੰਦੇ ਆ ਆਵੇ ਇੱਧਰੇ ਸੀਗਾ ਲੋਹੜੀ ਦਾ ਤਿਉਹਾਰ ਆਯੋਜਿਤ ਕੀਤਾ ਜਾਂਦਾ ਹੈ। ਲੋਹੜੀ ਅੱਗ ਦਾ ਤਿਉਹਾਰ ਹੈ। ਅੱਗ ਨਾ ਕੇਵਲ ਮਨੁੱਖ ਨੂੰ ਗਰਮੀ ਪ੍ਰਦਾਨ ਕਰਦੀ ਸਗੋਂ ਮਨੁੱਖ ਸਿਰਜਿਤ ਚੀਜ਼ ਨੂੰ ਪਵਿੱਤਰ ਤੇ ਉਜਲ ਬਣਾ ਦਿੰਦੀ ਹੈ। ਯਾਨੀ ਕਿ ਇੱਥੇ ਸਾਡੀ ਰਾਈਟ ਆਪਸ਼ਨ ਆਉਣੀ ਆ ਅੱਗ। ਲੋਹੜੀ ਕਿਹੜੀ ਚੀਜ਼ ਨੂੰ ਮਨੁੱਖ ਪਵਿੱਤਰ ਬਣਾ ਦਿੰਦੀ ਆ ਅੱਗ। ਠੀਕ ਆ, ਮਾਘੀ ਦਾ ਮੇਲਾ ਕਿੱਥੇ ਲੱਗਦਾ ਮਾਘੀ ਦਾ ਮੇਲਾ ਪੰਜਾਬ ਦੇ ਵਿੱਚ ਕਿੱਥੇ ਮੁਕਤਸਰ ਦੇ ਵਿੱਚ। ਅਥਾਹ ਸ਼ਬਦ ਦਾ ਵਿਰੋਧੀ ਸ਼ਬਦ ਕੀ ਆ ਘੱਟ, ਵੱਡਾ, ਬਹੁਤ ਜ਼ਿਆਦਾ। ਠੀਕ ਆ, ਅਥਾਹ ਜਿਹੜਾ ਅਥਾਹ ਸ਼ਬਦ ਆ ਨਾ ਇਹਦਾ ਜਿਹੜਾ ਆਊਗਾ ਘੱਟ ਅਥਾਹ ਸ਼ਬਦ ਦਾ, ਕਿਉਂਕਿ ਬਹੁਤਾਤ, ਵੱਡਾ, ਬਹੁਤ ਜ਼ਿਆਦਾ ਇਹ ਤਾਂ ਦੇ ਸਮਾਨਾਰਥਕ ਸ਼ਬਦ ਹੋ ਗਏ ਨਾ। ਪਰ ਇੱਥੇ ਇਹਨਾਂ ਨੇ ਸਾਨੂੰ ਵਿਰੋਧੀ ਸ਼ਬਦ ਪੁੱਛਿਆ ਵਾ। ਅਥਾਹ ਦਾ ਵਿਰੋਧੀ ਸ਼ਬਦ ਕੀ ਆਊਗਾ ਘੱਟ। ਕਹਿੰਦੇ ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ। ਇਹਦੇ ਵਿੱਚੋਂ ਜਿਹੜਾ ਸਮਾਸੀ ਸ਼ਬਦ ਆ ਉਹ ਕੰਮਕਾਜ ਬਣ ਰਿਹਾ ਵਾ। ਕੰਮਕਾਜ ਬਿਲਕੁਲ ਜਿਹੜਾ ਵਾ ਸਮਾਸੀ ਸ਼ਬਦ ਜਿਹੜਾ ਵਾ ਬਣ ਰਿਹਾ ਵਾ। ਇਹ ਸੀ ਸਾਡਾ 2023 ਵਾਲਾ PYQ ਜਿਹੜਾ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਅਸੀਂ ਕੰਪਲੀਟ ਕਰ ਲਿਆ। ਤੇ ਕਮੈਂਟ ਕਰਕੇ ਜਰੂਰ ਐਪਰੀਸ਼ੀਏਟ ਕਰਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗ ਰਹੀ ਆ PYQ ਕਰਵਾਉਣ ਤੇ। ਠੀਕ ਆ, ਤੇ ਮਿਲਦੇ ਆਪਾਂ ਅਗਲੇ PYQ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।